ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਕਿਸਾਨਾਂ ਦੇ ਦਿੱਲੀ ਦੇ ਵਿੱਚ ਬਰੂਹਾਂ ਤੇ ਬੈਠਿਆਂ 200 ਦਿਨ ਮੁਕੰਮਲ ਹੋ ਚੁੱਕੇ ਨੇ। ਉਹਨੂੰ ਲੈ ਕੇ ਕਿਸਾਨਾਂ ਨੂੰ ਹਾਲੇ ਵੀ ਸੁਝਾਅ ਦਿੱਤੇ ਜਾ ਰਹੇ ਨੇ। ਵੱਖ-ਵੱਖ ਬੁੱਧੀਜੀਵੀ ਜਾਂ ਸਰਕਾਰ ਦੇ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਕਿ ਕਿਸਾਨ ਆਪਣਾ ਪ੍ਰਪੋਜ਼ਲ ਲੈ ਕੇ ਆਉਣ, ਉਹਦੇ ਉੱਤੇ ਗੱਲਬਾਤ ਹੋਏਗੀ। ਇਸ ਉੱਤੇ ਅਸੀਂ ਚਰਚਾ ਕਰਾਂਗੇ। ਸਰਦਾਰਾ ਸਿੰਘ ਜੌਹਲ ਹੋਣਾ ਦਾ ਜਿਹੜੀ ਇੱਕ ਇੰਟਰਵਿਊ ਕਾਫੀ ਵਾਇਰਲ ਹੋ ਰਹੀ ਹੈ, ਉਹਦੇ ਵਿੱਚ ਉਹ ਕੀ ਕੁਝ ਕਹਿ ਰਹੇ ਨੇ, ਜਾਂ ਹੁਣ ਜਿਹੜਾ ਸਰਕਾਰ ਨੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਕਿਸਾਨਾਂ ਜਾਂ ਸਰਕਾਰ ਦੇ ਅੱਗੇ ਜਿਹੜਾ ਸੂਬਾ ਸਰਕਾਰਾਂ ਅੱਗੇ ਪ੍ਰਸਤਾਵ ਰੱਖਿਆ, ਉਹਦੇ ਉੱਤੇ ਕੀ ਕੁਝ ਜਿਹੜਾ ਇਹ ਸਾਰਾ ਕੁਝ ਸਿਆਸੀ ਜਿਹੜੀਆਂ ਗੇਮ ਪਲੈਨਿੰਗ ਜੋ ਕੁਝ ਹੋ ਰਿਹਾ, ਉਹ ਕੁਝ ਵਾਪਰ ਰਿਹਾ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ ਲੋਕਾਂ ਨੂੰ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਫੈਸਰ ਸਾਹਿਬ, ਕਿੱਦਾਂ ਦੇਖਦੇ ਹੋ ਸਰਦਾਰਾ ਸਿੰਘ ਜੌਹਲ ਹੋਣਾ ਦੀ ਇੰਟਰਵਿਊ? ਤੁਸੀਂ ਵੀ ਸੁਣੀ ਹੈ। ਉਹ ਕਹਿੰਦੇ ਨੇ ਕਿ ਕਿਸਾਨ ਬਦਲ ਦੱਸਣ ਕੇਂਦਰ ਨੂੰ, ਫਿਰ ਉਸ ਉੱਤੇ ਵਿਚਾਰ ਹੋਏਗਾ। ਹੋਣਾ ਵੀ ਚਾਹੀਦਾ। ਕਿਸਾਨਾਂ ਨੇ ਤੇ ਚਲੋ ਬਦਲ ਲੱਖ ਵਾਰੀ ਦੱਸਦਾ। ਉਹ ਸਰਦਾਰਾ ਸਿੰਘ ਜੌਹਲ ਹੋਣਾ ਨੇ ਵੀ ਪੜ੍ਹ ਲਿਆ ਹੋਣਾ। ਜੇ ਤੁਸੀਂ ਕੋਈ ਇੰਜ ਕਹੇ ਕਿ ਪਹਿਲਾਂ ਆਪਾਂ ਗਾਰਡਡ ਢੰਗ ਦੇ ਨਾਲ ਕਿ ਜੋ ਸਰਕਾਰ ਕਹਿੰਦੀ ਹੈਗੀ ਕਿ ਕਾਨੂੰਨ ਤੇ ਨਹੀਂ ਵਾਪਸ ਹੋ ਸਕਦੇ, ਵੀ ਕਿਉਂ, ਕਿੱਥੇ ਲਿਖਿਆ, ਕਿਹਨੇ ਲਿਖ ਕੇ ਭੇਜਿਆ? ਸੰਵਿਧਾਨ 'ਚ ਲਿਖਿਆ ਵੀ ਕਾਨੂੰਨ ਨਹੀਂ ਵਾਪਸ ਹੋ ਸਕਦੇ। ਜਦ ਤੱਕ ਸੰਵਿਧਾਨ ਨਹੀਂ ਬਦਲਦਾ ਉਦੋਂ ਤੱਕ ਕਾਨੂੰਨ ਵਾਪਸ ਨਹੀਂ ਹੋ ਸਕਦੇ। ਇੱਕ ਤੁਸੀਂ ਕੰਮ ਗਲਤ ਕਰੋ, ਨਾਲੇ ਚੋਰ ਨਾਲੇ ਚਾਤਰ। ਇੱਕ ਤੁਸੀਂ ਕੰਮ ਗਲਤ ਕਰੋ, ਮਗਰੋਂ ਕਹੋ ਵੀ ਹੁਣ ਤੇ ਸਾਡੇ ਨੱਕ ਦਾ ਮਾਮਲਾ ਬਣਾਇਆ ਤੇ ਪਹਿਲਾਂ ਸੋਚਦੇ। ਇਸ ਲਈ ਇਹ ਤੇ ਬਹੁਤ ਹੀ ਵਾਹਜਾਤੀ ਜੀ ਗੱਲ ਸਰਕਾਰ ਵੱਲੋਂ ਬਾਰ-ਬਾਰ ਆਉਂਦੀ ਹੈਗੀ ਕਿ ਕੋਈ ਜੀ ਤੁਸੀਂ ਇਸ ਤੋਂ ਇਲਾਵਾ ਨਵੀਂ ਪ੍ਰਪੋਜ਼ਲ ਲੈ ਕੇ ਆਓ। ਕਿਉਂ ਬਈ? ਤੁਸੀਂ ਜੋ ਮਰਜ਼ੀ ਕਾਨੂੰਨ ਉੱਥੋਂ ਬਦਲੀ ਜਾਓ, ਕੱਢੀ ਜਾਓ। ਕਦੀ ਤੁਸੀਂ ਪੋਲਿਊਸ਼ਨ ਵਾਲਾ, ਪਰਾਲੀ ਸਾੜਨ ਵਾਲਾ ਲੈ ਆਓ, ਕਦੀ ਤੁਸੀਂ ਬਿਜਲੀ ਵਾਲਾ ਲੈ ਆਓ, ਕਦੀ ਕੋਈ ਹੋਰ ਲੈ ਆਓ, ਕਦੀ ਤੁਸੀਂ ਕਹੋ ਕਿ MSP ਤੇ ਰਹੂਗੀ ਪਰ ਅਸੀਂ ਖਰੀਦਣ ਦੀ ਤੁਹਾਨੂੰ ਕੋਈ ਨਹੀਂ ਦੇ ਸਕਦੇ, ਪੂਰੀ ਗਰੰਟੀ ਨਹੀਂ ਦੇ ਸਕਦੇ। ਇਹੋ ਜਿਹੀਆਂ ਗੱਲਾਂ ਤੁਸੀਂ ਕਰੀ ਜਾਓਗੇ ਖੇਤੀ ਨੂੰ ਤਬਾਹ ਕਰਨ ਵਾਲੀਆਂ, ਵਰਲਡ ਬੈਂਕ ਦੇ ਜਾਂ WTO ਦੇ ਕਹਿਣ ਤੇ, ਜਾਂ ਜਿਹੜੀ ਨਵੇਂ ਵੀ ਹੋਰ ਵੀ ਤੁਹਾਡੇ ਕਾਰਪੋਰੇਟ ਘਰਾਣੇ ਉਹਨਾਂ ਦੇ ਕਹਿਣ ਤੇ, ਤਾਂ ਫਿਰ ਜੋ ਰਜਿਸਟੈਂਸ, ਜੋ ਗੁੱਸਾ ਤੁਹਾਨੂੰ ਦੇਖਣ ਨੂੰ ਮਿਲਿਆ, ਉਹ ਤੇ ਵਧੂਗਾ, ਘਟੂਗਾ ਨਹੀਂ। ਔਰ ਇਹ ਇਸੇ ਤਰੀਕੇ ਨਾਲ ਮਜ਼ਬੂਤੀ ਨਾਲ ਅੱਗੇ ਜਾਰੀ ਰਹੂਗਾ, ਪੂਰੇ ਦੇਸ਼ ਵਿੱਚ ਜਾਊਗਾ। ਮੈਂ ਸਰਦਾਰਾ ਸਿੰਘ ਜੌਹਲ ਦੀਆਂ ਇੰਟਰਵਿਊ ਬਹੁਤ ਪੂਰੀ ਤਰ੍ਹਾਂ ਤੇ ਨਹੀਂ, ਵਿੱਚ ਕਾਫੀ ਹੱਦ ਤੱਕ 80% ਮੈਂ ਸੁਣੀਆਂ, ਪਰ ਮੈਨੂੰ ਚੰਗਾ ਇਹ ਲੱਗਾ ਆ। ਉਹ 3 ਤਕਰੀਬਨ ਵੀਡੀਓਜ਼ ਹੈਗੀਆਂ, 12-12, 16-16 ਮਿੰਟ ਦੀਆਂ, ਜਾਣੀ ਕੁੱਲ ਇੱਕੋ ਹੀ ਇੰਟਰਵਿਊ ਹੈਗੀ ਆ, ਪਰ ਉਹਨਾਂ ਨੇ 3 ਕਰਕੇ ਸਪਲਿਟ ਕਰਕੇ ਪਾਈਆਂ। ਚੰਗੀ ਗੱਲ ਮੈਨੂੰ ਇਹ ਲੱਗੀ ਹੈ ਕਿ ਪਹਿਲੀ ਵਾਲੀਆਂ ਸੁਰਾਂ ਨਹੀਂ ਹੈਗੀਆਂ। ਹਾਲਾਂਕਿ ਉਹ ਏਜੰਡਾ ਤੇ ਜਿਸ ਕਿਸਮ ਨਾਲ ਵਰਲਡ ਬੈਂਕ ਜਾਂ WTO ਕਹਿੰਦੀ ਆ, ਜੋ ਸਾਡਾ ਆਧਾਰਵਾਦੀ ਏਜੰਡਾ ਕਿ ਮਾਰਕੀਟ ਨੂੰ ਪ੍ਰਦਾਨ ਕਰੋ, WTO ਉਹ ਤੁਹਾਡੀ ਬਾਂਹ ਮਰੋੜਦੀ ਹੈ ਨਾ, ਕਿ ਤੁਸੀਂ ਆਪਣੇ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ MSP ਨਾ ਦਿਓ, ਇਹ ਤੇ ਸਬਸਿਡੀ ਹੈਗੀ। ਜੇ ਤੁਸੀਂ ਸਬਸਿਡੀ ਦਿਓਗੇ ਤਾਂ ਜਿਹੜੀਆਂ ਗਲੋਬਲ ਕੀਮਤਾਂ ਆ ਐਗਰੀਕਲਚਰ ਪ੍ਰੋਡਿਊਸ ਦੀਆਂ, ਉਹ ਡਿਸਟੋਰਟ ਹੋ ਜਾਂਦੀਆਂ। ਉਹ ਉਹਨਾਂ ਦੇ ਵਿੱਚ ਸਮਾਨਤਾ ਨਹੀਂ ਰਹਿੰਦੀ, ਸਮਤਾ ਨਹੀਂ ਰਹਿੰਦੀ, ਬਰਾਬਰਤਾ ਨਹੀਂ ਹੁੰਦਾ, ਤੇ ਜੋ ਮਾਰਕੀਟ ਹੈ ਉਹਨਾਂ ਨੂੰ ਪ੍ਰਵੇਲ ਕਰਦੇ ਹੋ। ਹੁਣ ਮਾਰਕੀਟ ਦਾ ਮਤਲਬ ਜਦੋਂ ਤੁਸੀਂ ਅਨਇਕੁਅਲ ਲੋਕਾਂ ਦੇ ਵਿੱਚ ਬਰਾਬਰ ਦਾ ਟ੍ਰੀਟਮੈਂਟ ਕਰੋਗੇ ਤੇ ਜਿਹੜਾ ਗਰੀਬ ਹੈ ਉਹਨੂੰ ਮਾਰਨ ਵਾਲਾ ਹੋਊਗਾ। ਇਹ ਬੜੀ ਸਾਫ਼ ਗੱਲ ਹੈ ਨਾ। ਹੁਣ ਇੱਕ 5 ਸਾਲ ਦਾ ਬੱਚਾ, ਇੱਕ 15 ਸਾਲ ਦਾ ਬੱਚਾ, ਇੱਕ 45 ਸਾਲ ਦਾ ਕੋਈ ਆਦਮੀ ਹੈਗਾ, ਤੇ ਤੁਸੀਂ ਕਹੋ ਜੀ ਅਸੀਂ ਤੇ ਤਿੰਨਾਂ ਨੂੰ ਬਰਾਬਰ ਇੱਕ ਘੋਲ ਕੁਸ਼ਤੀ ਕਰਾਉਣੀ ਆ ਤੇ ਤਿੰਨਾਂ ਨੂੰ ਬਰਾਬਰ ਦੇ ਮੌਕੇ ਦੇਣਗੇ। ਇਹਦਾ ਮਤਲਬ ਕੀ ਬਣਦਾ? ਬਰਾਬਰ ਨਹੀਂ ਹੈ। ਉਹ ਜਿਹੜਾ 5 ਸਾਲ ਆ ਉਹਨੂੰ ਤੁਸੀਂ ਪਟਕਣਾ ਤੇ 15 ਵਾਲੇ ਨੂੰ ਵੀ ਪਟਕ ਸਕਦੇ ਆ, ਜੇ 45 ਵਾਲਾ ਜ਼ਿਆਦਾ ਤਕੜਾ। ਤੇ ਇਸ ਕਿਸਮ ਦੇ ਬਰਾਬਰ ਬਰੂਬਰ ਦੁਨੀਆ 'ਚ ਕੁਛ ਨਹੀਂ ਹੁੰਦਾ। ਜਿਹੜਾ ਪਿੱਛੇ ਰਹਿ ਗਿਆ, ਜਿਵੇਂ ਸਾਡੀ ਰਿਜ਼ਰਵੇਸ਼ਨ ਆ, ਜਾਂ ਜਿੱਥੇ ਜਿਵੇਂ ਅਮਰੀਕਾ ਦੇ ਵਿੱਚ ਵੀ ਅਫਰਮੇਟਿਵ ਐਕਸ਼ਨ ਆ, ਉਹ ਜਿਹੜੇ ਸਾਡੇ ਸ਼ਾਹਫਾਮ ਲੋਕ ਹੈਗੇ ਆ ਉਹਨਾਂ ਲਈ, ਹੋਰ ਘੱਟ ਗਿਣਤੀਆਂ ਲਈ, ਇਹ ਸਾਰੀ ਦੁਨੀਆ 'ਚ ਹੀ ਹੈਗਾ। ਤੇ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਸਹਾਰਾ ਦੇ ਕੇ ਥੋੜਾ ਬਾਕੀ ਦਿਆਂ ਦੇ ਨਾਲ ਮਿਲਾਉਣ ਲਈ ਇਸੇ ਕਰਕੇ ਸਬਸਿਡੀ ਦਿੱਤੀ ਜਾਂਦੀ ਹੈ ਕਿ ਇੱਥੋਂ ਉਹਨਾਂ ਦੀਆਂ ਜੜ੍ਹਾਂ ਨਾ ਪੁੱਟੀਆਂ ਜਾਣ। ਹੁਣ ਉਹਨਾਂ ਦੇ ਆਰਗੂਮੈਂਟ ਤੇ ਇਹ ਹੈ, ਜਿਹੜਾ ਕਿਉਂਕਿ ਥੋੜੀ ਬਹੁਤ ਇਕਨੋਮਿਕਸ ਦਾ ਮੈਨੂੰ ਐਲੀਮੈਂਟਰੀ ਜਿਹੜੇ ਫੰਡਾ ਪਤੇ ਆ, ਉਹ ਇਹ ਕਹਿ ਰਹੇ ਆ ਕਿ ਦੇਖੋ ਅਮਰੀਕਾ ਵਾਲਾ ਸਿਸਟਮ ਕਰੋ। ਅਮਰੀਕਾ ਦੇ ਵਿੱਚ ਮਾਰਕੀਟ ਪ੍ਰਾਈਸਿਸ ਹੈਗੀਆਂ, ਆਪਾਂ ਅਮਰੀਕਾ ਵਾਲਾ ਸਿਸਟਮ ਨਹੀਂ ਕਰ ਸਕਦੇ। ਉੱਥੇ ਤੇ ਗਿਣੇ ਚੁਣੇ ਫਾਰਮਰ ਹੈਗੇ ਆ। ਉੱਥੇ ਦੀ ਸਰਕਾਰ ਨੂੰ ਇਹ ਪਤਾ ਕਿ ਸਿਰਫ 1.5% ਲੋਕ ਰਹਿ ਗਏ ਆ ਖੇਤੀ 'ਚ। 1.5% ਕਿਸੇ ਵੇਲੇ ਵੀ ਬਾਹਰ ਆ ਜਾਣਗੇ। 1.5% ਕੀ ਹੁੰਦਾ ਆ, ਹੈ ਨਾ? ਜਿਹੜੇ ਗਿਣੇ ਚੁਣੇ ਫਾਰਮਰ few thousand ਰਹਿ ਗਏ ਆ, ਜੇ ਕੱਲੇ ਉਸ ਫਾਰਮਰ ਨੂੰ ਉਹਨਾਂ ਨੇ ਵੱਡੇ ਪੱਧਰ ਤੇ ਖੁਸ਼ ਕਰਕੇ ਨਾ ਰੱਖਿਆ, ਔਰ ਖੁਸ਼ ਕਿੰਨਾ ਕਰਦੇ ਆ, ਇਹ ਉਹਨਾਂ ਦੇ ਆਪਣੇ ਅੰਕੜੇ ਆ। ਉਹ ਇਹ ਹੈ ਕਿ ਜੇ ਮਾਰਕੀਟ ਪ੍ਰਾਈਸ ਜਿਹੜੀ ਉਹਨਾਂ ਨੂੰ ਕਹਿੰਦੇ ਕਿ ਵੇਚੋਗੇ ਤੇ ਤੁਸੀਂ ਮੰਡੀ 'ਚ ਮਾਰਕੀਟ ਦੇ ਜਿਹੜਾ ਜਿੰਨਾ ਜੋ ਰੇਟ ਨਿਕਲਿਆ ਉਹਦੇ ਤੇ ਵੇਚੋਗੇ।
ਸਰਕਾਰ ਫਿਰ ਕੀ ਕਰਦੀ, ਉਹਨਾਂ ਨੂੰ ਪੁੱਛਦੀ ਕਿ ਤੁਹਾਨੂੰ ਕਿੰਨਾ ਘਾਟਾ ਪਿਆ। ਉਹ ਕਹਿੰਦੇ ਜੀ ਸਾਨੂੰ ਜਿੰਨਾ ਅਸੀਂ ਖੇਤੀ 'ਚ ਖਰਚਾ ਕੀਤਾ ਉਹਦਾ ਸਾਨੂੰ 40% ਮਿਲਿਆ, ਬਾਕੀ 60% ਤੇ ਅਸੀਂ ਅਜੇ ਘਾਟੇ 'ਚ ਆ। ਉਹ ਕਹਿੰਦੇ ਆ ਚੱਕੋ 100%। ਇਹਦਾ ਮਤਲਬ ਇਹ ਹੈ ਕਿ 100 ਦੀ ਚੀਜ਼ ਦਾ ਉੱਤੇ ਉਹ 200 ਰੁਪਇਆ ਹੋਰ ਉਹਨਾਂ ਨੂੰ ਉੱਪਰ ਕੰਪਨਸੇਟ ਵੀ ਕਰਦੇ ਆ, ਜਿਹਦੀ ਕੀਮਤ 100 ਦੀ ਵਿਕੀ, ਖਰਚਾ ਜਿਹਦਾ 200 ਦਾ ਆਇਆ, ਜਿਹਦਾ ਖਰਚਾ 200 ਦਾ ਆਇਆ, ਮਾਰਕੀਟ 'ਚ ਉਹਨੂੰ 100 ਦਾ ਮਿਲਿਆ, ਠੀਕ ਹੈ ਨਾ, ਉਹ ਤੇ 100 ਦਾ ਘਾਟੇ 'ਚ ਆ। ਉਹ ਕਹਿੰਦੇ ਤੇ 100 ਦਾ ਘਾਟਾ ਵੀ ਪੂਰਾ ਕਰਾਂਗੇ, 100 ਉੱਪਰ ਵੀ ਦੇਵਾਂਗੇ ਤਾਂ ਕਿ ਤੁਸੀਂ ਉੱਥੇ ਟਿਕੇ ਰਹੋ। ਇਹ ਹੈ ਅਮਰੀਕਨ ਸਿਸਟਮ। ਦਿੰਦੇ ਕਿਵੇਂ ਆ? ਉਹਨਾਂ ਨੇ ਨਵੇਂ ਤਰੀਕੇ ਕੱਢ ਲਏ, ਇੱਕ ਐਂਬਰ ਬਾਕਸ, ਇੱਕ ਲਾਲ ਬਾਕਸ, ਇੱਕ ਗ੍ਰੀਨ ਬਾਕਸ ਕੱਢ ਲਿਆ। ਗ੍ਰੀਨ ਬਾਕਸ ਦਾ ਮਤਲਬ ਜੇ ਤੁਸੀਂ ਚੰਗੀ ਖੇਤੀ ਨਵਿਆਂ ਤਰੀਕਿਆਂ ਦੇ ਨਾਲ ਵਾਤਾਵਰਨ ਅਨੁਕੂਲ ਕਰਦੇ ਆ ਔਰ ਕੋਈ ਕਾਰਬਨ ਲੀਕ ਛੱਡਦੇ, ਉਸ ਕਿਸਮ ਦੀਆਂ ਫਲਾਨੀਆਂ ਤਲਾਈਆਂ। ਗ੍ਰੀਨ ਬਾਕਸ ਦਾ ਮਤਲਬ ਹੈ ਪ੍ਰੋ এনवायरमेंट ਤੁਸੀਂ ਕੋਈ ਖੇਤੀ ਕਰ, ਤੇ ਤੁਸੀਂ ਪੈਸੇ ਜਿੰਨੇ ਲੈਣੇ ਆ ਲੈ ਲਓ। ਇਹ ਤੇ ਤਰੀਕੇ ਹੀ ਆ ਨਾ। ਫਿਰ ਮਾਰਕੀਟ ਪ੍ਰਾਈਸ ਕੀ ਹੋਈ? ਕੰਪਨਸੇਸ਼ਨ ਤੇ ਉੱਥੇ ਵੀ ਆ। ਜੌਹਲ ਸਾਹਿਬ ਕਹਿੰਦੇ ਆ ਕਿ ਇੰਜ ਨਾ ਕਰੋ, ਤੁਸੀਂ ਇੰਜ ਕਰੋਗੇ ਐਮਐਸਪੀ ਬੰਦ ਕਰੋ, ਇੱਥੇ ਵੀ ਉਹ ਸਿਸਟਮ ਲਾਗੂ ਕਰੋ। ਇੱਥੇ ਦੀ ਗਵਰਨਮੈਂਟ ਤੁਹਾਨੂੰ ਪਤਾ ਜੇ ਇੱਕ ਵਾਰੀ ਹੋ ਜਾ ਉਹਦੇ ਭਾਵ ਅੰਤਰ ਤੁਸੀਂ ਲਾਇਆ ਨਹੀਂ ਸੀ। ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਕੀ ਹਾਲ ਬਣਿਆ? ਗੋਲੀ ਚੱਲੀ, ਬਾਅਦ ਵਿੱਚ ਕਿਸਾਨ ਮਰੇ ਆ। ਸਾਡੇ ਜਿੰਨੀ ਵੱਡੇ ਪੱਧਰ ਤੇ ਨੰਬਰ ਹੈਗਾ, ਪਹਿਲੀ ਗੱਲ ਕਿ ਸਾਡੇ ਖੁਦ ਹੀ ਉਹ ਕਹਿ ਰਹੇ ਆ 60-65% ਅਜੇ ਸਾਡੇ ਕਿਸਾਨ ਖੇਤੀ ਦੇ ਵਿੱਚ ਹੈਗੇ, ਉਹਨਾਂ ਦਾ 1.5% ਆ। ਏਡੀ ਵੱਡੇ ਜਨਤਾ ਜਨਾਰਦਨ ਦਾ ਜਿਹਦੇ ਕੋਲ 1-1 ਏਕੜ 2-2 ਏਕੜ 5 ਏਕੜ ਤੱਕ ਵਾਲੇ 85% ਜਿੱਥੇ ਲੋਕ ਹੋਣਗੇ, ਉਹਨਾਂ ਨੂੰ ਜੇ ਤੁਸੀਂ ਤੁਰੰਤ ਰਾਹਤ ਉਹਨਾਂ ਦਾ ਮਾਲ ਵਿਕਣ ਵੇਲੇ ਨਹੀਂ ਦੋਗੇ, ਬਾਅਦ ਦੀਆਂ ਗੱਲਾਂ ਕਿਸੇ ਨੇ ਨਹੀਂ ਪੁੱਛਣੀਆਂ। ਜਾਂ ਉਹਨਾਂ ਦੇ ਐਡਵਾਂਸ ਖਾਤਿਆਂ 'ਚ ਪੈਸੇ ਪਾਓ, ਫਿਰ ਜੋ ਮਰਜ਼ੀ ਕਰੀ ਜਾਓ। ਉਹਨਾਂ ਨੂੰ ਪੁੱਛੋ ਜਿਵੇਂ ਅਮਰੀਕਾ ਕਰਦਾ, ਹਾਂ ਬਈ ਤੁਹਾਡਾ ਕਿੰਨਾ ਖਰਚਾ ਆਇਆ, ਉਹ ਪਤਾ ਹੀ ਆ ਕਿੰਨਾ ਖਰਚਾ ਆਇਆ। ਉਸ ਖਰਚੇ ਦੇ ਉੱਤੇ ਤੁਸੀਂ ਜਿਸ ਤਰ੍ਹਾਂ C2 ਦੇ ਫਾਰਮੂਲੇ ਦੇ ਨਾਲ 1.5 ਗੁਣਾ ਹੋਰ ਪਾ ਕੇ ਉਹਨਾਂ ਨੂੰ ਕਹੋਗੇ ਆਹ ਚੱਕੋ ਤੁਹਾਡੇ ਪੈਸੇ, ਅਸੀਂ ਤੁਹਾਡੇ ਖਾਤੇ 'ਚ ਪਾਤੇ, ਹੁਣ ਤੁਸੀਂ ਜਿੰਨਾ ਕਿ ਤੁਹਾਨੂੰ ਬਾਅਦ ਵਿੱਚ ਮੰਡੀ 'ਚੋਂ ਜੋ ਭਾਅ ਮਿਲੂਗਾ ਉਹ ਲੈ ਲਿਓ, ਤੁਸੀਂ ਉਹ ਵੀ ਤੁਹਾਡਾ ਆਪਣਾ ਹੋ ਗਿਆ। ਇਹੋ ਜਿਹੀ ਤਰ੍ਹਾਂ ਇਸ ਤਰ੍ਹਾਂ ਕਰੋ ਨਾ, ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਰਹੇ। ਇਹ ਕੀ ਕਹਿੰਦੇ ਕਿ ਪਹਿਲਾਂ ਵੇਚੋ, ਇਹ ਮੈਂ ਸਮਝਦਾ ਕਿ ਕੋਈ ਬਹੁਤਾ ਚੰਗਾ ਤਕੜਾ ਆਰਗੂਮੈਂਟ ਨਹੀਂ ਹੈ। ਪਰ ਵਰਲਡ ਬੈਂਕ ਦਾ ਜਾਂ WTO ਦਾ ਜਾਂ ਇੰਟਰਨੈਸ਼ਨਲ ਮੋਨੀਟਰੀ ਫੰਡ ਜਿਹੜਾ ਜਿਹਨੂੰ ਮੈਂ ਤੇ ਪੰਜਾਬੀ 'ਚ ਮੈਨੂੰ ਨਾਂ ਨਹੀਂ ਆ ਰਿਹਾ, ਮੁਦਰਾ ਕੋਸ਼ ਉਹਨੂੰ ਕਹਿੰਦੇ ਆ ਨਾ, ਜਿਹੜੀ ਇੰਟਰਨੈਸ਼ਨਲ ਮੁਦਰਾ ਕੋਸ਼ ਦਾ ਜਿਹੜਾ ਮੋਨੀਟਰੀ ਫੰਡ ਦਾ ਜਿਹੜਾ ਕਹਿੰਦੇ ਆ, ਉਸ ਦਾ ਸੁਖਵਿੰਦਰ ਇਹੀ ਹੈ ਸਾਰਾ ਕਿ ਇਹ ਜਿਹੜੇ ਇੰਡੀਅਨਸ ਆ ਕੁਛ ਏਰੀਏ ਦੇ ਵਿੱਚ ਸਰਕਾਰਾਂ ਉਹਨਾਂ ਨੂੰ ਫ੍ਰੀ ਬਿਜਲੀ ਦਿੰਦੀਆਂ, ਹੋਰ ਦਿੰਦੀਆਂ, ਉਹਨਾਂ ਨੂੰ ਸਬਸਿਡੀ ਦਿੰਦੀਆਂ, ਤੇ ਇਹ ਸਬਸਿਡੀ ਜਿਹੜੀ ਆ WTO ਦੇ ਤਹਿਤ ਸਮਝੌਤੇ ਦੇ ਤਹਿਤ ਬਿਲਕੁਲ ਕਿਸੇ ਤਰੀਕੇ ਨਾਲ ਅਲਾਉ ਨਹੀਂ ਕੀਤੀ ਜਾ ਸਕਦੀ। ਸਾਡੀ ਸਰਕਾਰ ਨੇ ਸਮਝੌਤਾ ਕੀਤਾ ਹੋਇਆ ਤੇ ਇਹਨੂੰ ਬੰਦ ਕਰੋ। ਸਰਦਾਰਾ ਸਿੰਘ ਜੌਹਲ ਉਸ ਭਾਸ਼ਾ ਦੇ ਵਿੱਚ ਅਜੇ ਵੀ ਗੱਲ ਕਰਦੇ ਆ। ਜਿੱਥੇ ਤੱਕ ਬਿੱਲਾਂ ਦੀ ਗੱਲ ਆ, ਉਹਨਾਂ ਨੇ ਬੜਾ ਇੰਟਰਸਟਿੰਗ ਕਿਹਾ, ਮੈਨੂੰ ਚੰਗਾ ਲੱਗਾ। ਉਹ ਕਹਿੰਦੇ ਵੀ ਇਹ ਤੇ ਡੈਮੋਕ੍ਰੈਟਿਕ ਸਰਕਾਰ ਹੈਗੀ ਆ, ਜਿੰਨਾ ਮਰਜ਼ੀ ਕਹੀਏ ਉਹ ਚੰਗੇ, ਪਰ ਜੇ ਉੱਥੇ ਸਾਡੇ ਕਹਿੰਦੇ ਕਿਸਾਨ ਵੀਰ ਆ ਜੇ ਉੱਥੇ ਬੈਠੇ ਹੋ ਕੇ ਤੇ ਸਾਨੂੰ ਚੰਗੇ ਨਹੀਂ ਲੱਗਦੇ ਬਈ। ਜੇ ਕਿਸੇ ਦਾ ਵਿਆਹ ਕਰਤਾ, ਉਹ ਜਨਾਨੀ ਸਾਰਾ ਜਾਣ ਕਹਿੰਦਾ ਲੜਕੀ ਬੜੀ ਚੰਗੀ ਹੈ, ਪਰ ਜਿਹਦੇ ਨਾਲ ਹੋਇਆ ਉਹ ਕਹਿੰਦਾ ਮੈਨੂੰ ਨਹੀਂ ਚੰਗੀ ਲੱਗਦੀ, ਯਾਰ ਹੱਦ ਹੋ ਗਈ, ਤੁਸੀਂ ਮੈਨੂੰ ਜ਼ਬਰਦਸਤੀ ਕਹੀ ਜਾਂਦੇ ਰੱਖੀ ਚੱਲ। ਮੇਰਾ ਨਹੀਂ ਸੁਭਾਅ ਮਿਲਦਾ, ਸਾਡੀ ਵੇਵ ਲੈਂਥ ਨਹੀਂ ਬਣਦੀ, ਜਿੰਨੀ ਮਰਜ਼ੀ ਚੰਗੀ ਹੋਵੇ, ਮੈਂ ਤੇ ਇਹਦੇ ਨਾਲ ਡਿਵੋਰਸ ਲੈਣਾ। ਉਹ ਕਹਿੰਦੇ ਫਿਰ ਦੇ ਦੋ, ਫਿਰ ਜਿਹਨੇ ਜਿੱਥੇ ਜਾਣਾ, ਇਹ ਤੇ ਅਧਿਕਾਰ। ਉਹੀ ਗੱਲ ਉਸੇ ਤਰਜ ਵਿੱਚ ਉਹ ਕਹਿੰਦੇ ਆ ਕਿ ਜੇ ਉਹਨਾਂ ਨੂੰ ਕਾਨੂੰਨ ਚੰਗੇ ਨਹੀਂ ਲੱਗਦੇ, ਭੈੜੇ ਲੱਗਦੇ, ਤਾਂ ਤੁਸੀਂ ਵਾਪਸ ਲੈ ਲਓ। ਇਹ ਬੜੀ ਚੰਗੀ ਗੱਲ ਕਹੀ ਆ। ਇਹਦੇ ਬਜਾਏ ਕਿ ਕੋਈ ਉਹਦੇ 'ਚ ਚੰਗੀਆਂ ਗੱਲਾਂ ਲੱਭਣ ਕਿ ਕਾਨੂੰਨ ਕਿਹੜੇ ਚੰਗੇ ਆ। ਪਹਿਲੀ ਵਾਰੀ ਉਹਨਾਂ ਨੇ ਕਿਹਾ ਸੀ ਕਿ ਕਾਨੂੰਨਾਂ ਦਾ ਫਾਇਦਾ, ਹੁਣ ਉਹਨਾਂ ਨੇ ਜਿਹੜਾ ਨਵੀਂ ਇਹ ਇੰਟਰਵਿਊ ਦਿੱਤੀ ਹੈ, ਇਹ ਮੈਨੂੰ ਚੰਗਾ ਲੱਗਾ। ਔਰ ਇੱਥੇ ਤੱਕ ਬਿਜਲੀ ਦਾ ਵੀ ਬਿੱਲਾਂ ਦਾ ਸੁਖਵਿੰਦਰ, ਉਹ ਵੀ ਉਹਨਾਂ ਨੇ ਜਿਹੜਾ ਖੁਲਾਸਾ ਕੀਤਾ ਕਿ ਬਿਜਲੀ ਦੇ ਬਿੱਲ ਲੈਣੇ ਚਾਹੀਦੇ ਆ ਕਿ ਨਹੀਂ, ਇਸ ਗੱਲ ਨਾਲ ਮੈਂ ਉਹਨਾਂ ਨਾਲ ਸਹਿਮਤ ਹੈ ਕਿ ਜਿਹੜਾ ਅਸੀਂ 6-6.5 ਕਰੋੜ ਦਾ ਸਬਸਿਡੀ ਕਿਸਾਨਾਂ ਨੂੰ ਬਿਜਲੀ ਤੇ ਦਿੰਨੇ ਆ ਕਿ ਖੁੱਲੇ ਟਿਊਬਲ ਪਾਣੀ ਲਾਈ ਚੱਲੋ, ਉਹਦੇ ਦੋ ਨੁਕਸਾਨ ਹੈ। ਇੱਕ ਤੇ ਪਾਣੀ ਅਸੀਂ ਲੋੜ ਤੋਂ ਜ਼ਿਆਦਾ ਕਈ ਵਾਰੀ ਵਰਤ ਲੈਂਦੇ ਕਿਉਂਕਿ ਬਿੱਲ ਤੇ ਆਉਣਾ ਨਹੀਂ ਹੈਗਾ। ਦੂਸਰਾ, ਉਹਦੇ ਨਾਲ ਪਾਣੀ ਦਾ ਸਾਡਾ ਨੁਕਸਾਨ ਹੁੰਦਾ, ਧਰਤੀ ਥੱਲੇ ਹੋਰ ਥੱਲੇ ਤੁਰਿਆ ਜਾਂਦਾ, ਸਾਰਿਆਂ ਨੂੰ ਨੁਕਸਾਨ ਆ, ਪੰਜਾਬ ਨੂੰ ਵੀ ਨੁਕਸਾਨ ਆ, ਕਿਸਾਨਾਂ ਨੂੰ ਵੀ। ਦੂਸਰਾ ਸਭ ਤੋਂ ਵੱਡਾ ਨੁਕਸਾਨ ਮੈਂ ਬੜੀ ਵਾਰੀ ਕਹਿ ਚੁੱਕਾ, ਜਿਹੜੇ ਕਿ ਸਰਦਾਰਾ ਸਿੰਘ ਜੌਹਲ ਹੋਣਾ ਨੇ ਵੀ ਕਿਹਾ, ਉਹ ਇਹ ਕਿ ਜਦੋਂ ਦਿੱਲੀ ਦੇ ਵਿੱਚ ਕਾਸਟ ਆਫ ਕਲਟੀਵੇਸ਼ਨ ਯਾਨੀ ਟੋਟਲ ਖਰਚਾ ਕਿਸਾਨਾਂ ਦਾ, ਪੰਜਾਬ ਦਿਆਂ ਦਾ ਜਾਂ ਜਿੱਥੇ ਪੰਜਾਬ ਦਾ ਮੈਂ ਗੱਲ ਕਰਦਾ, ਕਿ ਉਹਨਾਂ ਦਾ ਕਿੰਨਾ ਆ, ਉਹ ਕਹਿੰਦੇ ਜੀ ਬਿਜਲੀ ਇਹਦਾ ਤੇ ਇਰੀਗੇਸ਼ਨ ਦਾ ਤੇ ਕੱਢ ਦਿਓ, ਉਹ ਤੇ ਜ਼ੀਰੋ ਵਾ ਉਹਨਾਂ ਦਾ।
ਜੇ ਉਹ ਉੱਥੇ ਖਰਚਾ ਪਾਇਆ ਹੋਵੇ ਤੇ ਜਿਹੜੀ ਉਹਨਾਂ ਦਾ ਖਰਚਾ ਜ਼ਿਆਦਾ ਆਊਗਾ ਤੇ ਤੁਹਾਡੀ ਮਿਨੀਮਮ ਸਪੋਰਟ ਪ੍ਰਾਈਸ MSP ਵੀ ਜ਼ਿਆਦਾ ਹੋਊਗੀ। ਉਹ ਖਰਚਾ ਹੀ ਕੱਢ ਦਿੰਦੇ ਆ। ਹੁੰਦਾ ਕੀ ਹੈ, ਸਾਡੀ ਸਰਕਾਰ ਦੇ ਖਜ਼ਾਨੇ ਤੋਂ 6,500 ਕਰੋੜ ਰੁਪਇਆ ਚਲਾ ਗਿਆ, ਕਿਸਾਨਾਂ ਨੂੰ ਉਹ ਮਿਲਿਆ ਨਹੀਂ, ਤੇ ਫਾਇਦਾ ਕਿਹਨੂੰ ਹੋਇਆ? ਕੰਜ਼ਿਊਮਰ ਨੂੰ ਫਾਇਦਾ ਹੋਇਆ ਕਿ ਤੁਸੀਂ ਉਹਨਾਂ ਦੀ MSP ਥੱਲੇ ਰੱਖਤੀ, ਸਸਤੀ ਕਣਕ ਝੋਨਾ ਮਾਰਕੀਟ 'ਚ ਸੁੱਟ ਦਿੱਤਾ, ਜਿਹਦੀ ਕੀਮਤ 200-250 ਰੁਪਇਆ ਪਰ ਕੁਇੰਟਲ ਜ਼ਿਆਦਾ ਹੋਣੀ ਸੀਗੀ, ਜਾਂ 300 ਰੁਪਇਆ ਪਰ ਕੁਇੰਟਲ ਜ਼ਿਆਦਾ ਹੋਣੀ ਸੀ। ਉਹ ਤੁਸੀਂ ਸਸਤੀ ਦੇਤੀ, ਕੰਜ਼ਿਊਮਰ ਨੂੰ ਫਾਇਦਾ, ਮਿਡਲ ਕਲਾਸ ਨੂੰ ਜਾਂ ਅਰਬਨ ਲੋਕਾਂ ਨੂੰ ਹੋ ਗਿਆ, ਕਿਸਾਨ ਨੂੰ ਨਹੀਂ ਫਾਇਦਾ। ਪੰਜਾਬ ਗਵਰਨਮੈਂਟ ਦੇ ਸਿਰ ਤੇ 6,500 ਕਰੋੜ ਰੁਪਇਆ ਚੜ ਗਿਆ। ਮੈਂ ਇਹ ਚਾਹੁੰਦਾ ਕਿ ਇਹ ਸਬਸਿਡੀ ਤੇ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ, ਪਰ ਇਸ ਹਿਸਾਬ ਨਾਲ ਦਿਓ ਕਿ ਕਿਸਾਨਾਂ ਦਾ ਵੀ ਫਾਇਦਾ ਹੋਵੇ ਤੇ ਤੁਹਾਡਾ ਸਰਕਾਰ ਦਾ ਵੀ ਫਾਇਦਾ ਹੋਵੇ। ਉਹ ਇਹੀ ਤਰੀਕਾ ਹੈ ਕਿ ਉਹ ਸਿੱਧੇ ਉਹਨਾਂ ਦੇ ਖਾਤਿਆਂ 'ਚ ਸਬਸਿਡੀ ਪਾਈ ਜਾਵੇ। ਇੱਥੇ ਕਾਸਟ ਆਫ ਕਲਟੀਵੇਸ਼ਨ ਜਿਹੜੀ ਹੈ ਉਹਦੇ ਵਿੱਚ ਇਹ ਬਿੱਲਾਂ ਦਾ ਜਾਂ ਪੈਸੇ ਦਾ ਫ੍ਰੀ ਦੇਣ ਦੀ ਜਗ੍ਹਾ ਭਾਵੇਂ ਮੀਟਰਡ ਹੋ ਜੇ, ਪਰ ਮੀਟਰ ਲੱਗਣ ਤਾਂ ਜੇ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਖਾਤਿਆਂ 'ਚ ਪੈਸੇ ਦਾ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਏ ਕਿ ਅਸੀਂ ਉਹ 6,500 ਕਰੋੜ ਸਰਕਾਰ ਨਹੀਂ ਰੱਖੂਗੀ, ਉਹ ਪਹਿਲਾਂ ਵੀ ਖਜ਼ਾਨੇ 'ਚ ਜਾ ਰਿਹਾ, ਗਾਂ ਵੀ ਜਾਂਦਾ ਰਹੂ, ਪਰ ਉਹ ਫਿਰ ਕਿਸਾਨਾਂ ਨੂੰ ਉਹਦਾ ਦੋਹਰਾ ਫਾਇਦਾ ਹੋਊਗਾ। ਇਧਰੋਂ ਵੀ ਕੰਪਨਸੇਸ਼ਨ ਮਿਲੂਗਾ ਤੇ ਉਧਰੋਂ ਉਹਨਾਂ ਦੀ ਜਿਹੜੀ ਕੀਮਤ ਆ ਉਹਨਾਂ ਦੀਆਂ ਜਿਣਸਾਂ ਦੀ ਉਹ ਵੱਧ ਚੜ ਕੇ ਮਿਲੂਗੀ। ਇਹ ਮੇਰਾ ਖਿਆਲ ਆ ਕਿ ਗੱਲ ਉਹਨਾਂ ਦੀ ਮੈਨੂੰ ਦਮਖਮ ਲੱਗਦਾ। ਹਾਂਜੀ ਸੁਖਵਿੰਦਰ। ਬਿਲਕੁਲ ਪ੍ਰੋਫੈਸਰ ਸਾਹਿਬ, ਜਿਹੜਾ ਚਰਚਾ ਇੱਕ ਹੋਰ ਜਿਹੜੀ ਬਿਜਲੀ ਸੋਧ ਬਿੱਲ ਨੂੰ ਲੈ ਕੇ ਹੈ, ਪਹਿਲਾਂ ਉਦੋਂ ਸਰਕਾਰ ਦੇ ਨਾਲ ਜਦੋਂ ਕਿਸਾਨਾਂ ਦੀ ਗੱਲਬਾਤ ਚੱਲਦੀ ਸੀ ਉਦੋਂ ਇਹ ਕਹਿੰਦੇ ਸੀ ਕਿ ਅਸੀਂ ਇਹਨੂੰ ਲਾਗੂ ਨਹੀਂ ਕਰਾਂਗੇ, ਪਰ ਹੁਣ ਸੂਬਿਆਂ ਦੇ ਉੱਤੇ ਕਿਸ ਤਰ੍ਹਾਂ ਛੱਡਿਆ ਜਾ ਰਿਹਾ, ਇਹਦੇ ਪਿੱਛੇ ਕੀ ਲੱਗਦਾ ਹੈ ਕਿ ਸਰਕਾਰ ਆਪਣੇ ਟਰੈਕ ਤੇ ਉਵੇਂ ਹੀ ਚੱਲ ਰਹੀ ਹੈ, ਉਹ ਮੰਨਣ ਨੂੰ ਤਿਆਰ ਨਹੀਂ ਕਿ ਨਾ ਤਾਂ ਕਿਸ ਰੱਦ ਕਰਨੇ ਨੇ, ਨਾ ਜਿਹੜੀਆਂ ਪਹਿਲਾਂ ਸ਼ਰਤਾਂ ਮੰਨੀਆਂ ਉਹ ਅਸੀਂ ਉਸ ਉੱਤੇ ਚੱਲਣਾ ਹੈ। ਦੇਖੋ, ਜਿਹੜੀ ਮੈਂ ਬੜੀ ਵਾਰੀ ਕਹਿਣਾ ਪਰ ਇਹ ਬਾਰ-ਬਾਰ ਕਹਿੰਦੇ ਰਹਿਣਾ ਚਾਹੀਦਾ, ਜਿਹੜੀ ਆਧਾਰਵਾਦੀ ਨੀਤੀਆਂ ਦੀ ਗੱਡੀ ਢਿਚਕੂ ਕਰਕੇ ਚੱਲਦੀ ਸੀ ਕਾਂਗਰਸ ਵੱਲੋਂ, ਇਹਨਾਂ ਨੇ ਬੁਲਟ ਟ੍ਰੇਨ ਲੈਣ ਦੀ, ਉਹ ਜਿਹੜੀ ਬੰਬੇ ਤੋਂ ਗੁਜਰਾਤ 'ਚ ਅਹਿਮਦਾਬਾਦ ਤੱਕ ਲਿਆਉਣੀ ਸੀ ਨਾ, ਉਹ ਟ੍ਰੇਨ ਤੇ ਆਵੇ ਨਾ ਆਵੇ। ਜਿੱਥੋਂ ਤੱਕ ਆਧਾਰਵਾਦੀ ਨੀਤੀਆਂ ਵਾਲੀ ਬੁਲਟ ਟ੍ਰੇਨ ਆ, ਜਾਣੀ ਗੋਲੀ ਦੀ ਸਪੀਡ ਨਾਲ ਚੱਲਣ ਵਾਲੀ ਗੱਡੀ ਆ, ਉਹ ਢਿਚਕੂ ਗੱਡੀ ਦੀ ਜਗ੍ਹਾ ਉਹ ਸਪੀਡ ਵਾਲੀ ਗੱਡੀ ਲੈ ਆਏ। ਹਟਦੇ ਹੀ ਨਹੀਂ, ਦੇਸ਼ ਨੂੰ ਪੂਰੇ ਦਾ ਪੂਰਾ ਵੇਚਣਾ ਸ਼ੁਰੂ ਕਰ ਦਿੱਤਾ ਆ। ਹੁਣ ਇਹ ਬਾਂਹ ਮਰੋੜ ਕੇ ਕਹਿਣਾ ਚਾਹੁੰਦੇ ਆ ਕਿ ਜੇ ਸੂਬਿਆਂ ਨੇ ਕਰਜ਼ਾ ਹੋਰ ਲੈਣਾ ਤਾਂ ਉਹਨਾਂ ਨੂੰ ਅਸੀਂ ਉਹਨਾਂ ਦੀ ਜਿਹੜੀ ਟੋਟਲ ਪ੍ਰੋਡਕਸ਼ਨ ਦਾ GDP ਜਿਹੜੀ ਸਟੇਟ ਦੀ ਹੈਗੀ ਹੈ ਉਹਦਾ 0.5% ਕਰਜ਼ਾ ਲੈਣ ਦੀ ਅਸੀਂ ਮਨਜ਼ੂਰੀ ਤਾਂ ਦੇਾਂਗੇ ਜੇ ਬਿਜਲੀ ਵਾਲੀ ਸਬਸਿਡੀ ਬੰਦ ਕਰੋ। ਤੇ ਬਾਂਹ ਮਰੋੜਨ ਵਾਲੀ ਗੱਲ ਆ ਵੀ ਇਹਨੂੰ ਮੀਟਰਡ ਕਰੋ, ਜਾਂ ਹੋਰ ਕਈ ਕਿਸਮ ਦੀਆਂ, ਜਾਣੀ ਖੇਤੀ ਜਿਹੜੀ ਉਹ ਹੈ ਹੀ ਸੂਬਿਆਂ ਦੇ ਅਧਿਕਾਰ ਖੇਤਰ। ਇਹ ਮਾਮੇ ਲੱਗਦੇ ਬਾਰ-ਬਾਰ, ਕਦੀ ਨਾ ਕਦੀ ਕੋਈ ਕਿੱਧਰੋਂ ਗੱਲ ਕੱਢ ਲਿਆਉਂਦੇ, ਕਦੀ ਕੋਈ ਕਿੱਧਰੋਂ ਗੱਲ ਕੱਢ ਲਿਆਉਂਦੇ। ਇਸ ਲਈ ਖੇਤੀ ਦਾ ਜਿਹੜਾ ਮਾਮਲਾ ਅੱਜ ਦੀ ਤਰੀਕ ਦੇ ਵਿੱਚ ਤੇ ਸਿਹਤ ਸੇਵਾਵਾਂ ਤੇ ਵਿਦਿਆ ਤਿੰਨਾਂ ਦਾ ਹੀ ਇਹ ਸਿੱਧਾ ਸੂਬੇ ਦਾ ਮਾਮਲਾ। GST ਦੀ ਲੜਾਈ ਜਿਹੜੀ ਆ ਸੂਬਿਆਂ ਦੀਆਂ ਸਰਕਾਰਾਂ ਨੂੰ ਕਰਨੀ ਚਾਹੀਦੀ ਆ ਵੀ ਸਾਡਾ ਇਹ ਮਾਮਲਾ ਇੱਥੇ ਪੰਜਾਬ ਦੇ ਵਿੱਚ ਹੀ ਪੈਸੇ ਰਹਿਣ। ਇਹ GST ਦੀ ਰੀਪ੍ਰਪੋਰਸ਼ਨ ਹੋਣੀ ਚਾਹੀਦੀ ਬਿਲਕੁਲ, ਜਿਹੜਾ ਸੈਂਟਰ ਦੇ ਵਿੱਚ ਪਹਿਲਾਂ ਜਾਵੇ ਫਿਰ ਸਾਨੂੰ ਆਵੇ, ਫਿਰ ਜੁੱਤੀਆਂ ਕਸਾਈ ਜੋ ਸਾਡੇ ਪੈਸੇ ਹੀ ਸਾਨੂੰ ਦੇ ਕੇ ਇੰਜ ਕਰਦੇ ਆ ਕਿ ਜਿਵੇਂ ਕਿ ਬਹੁਤ ਸਾਡੇ ਤੇ ਉਪਹਾਰ ਕਰਤਾ। ਸਾਡੇ ਬੰਦੇ ਖੁਸ਼ ਵੀ ਬਹੁਤ ਹੋ ਕੇ ਆਉਂਦੇ ਆ ਕਿ ਐਤਕੀ ਸਾਡੀ GST ਦਾ ਪੂਰਾ ਬਕਾਇਆ ਮਿਲ ਗਿਆ। ਹੁਣ ਪਿੱਟਦੇ ਆ ਕਹਿੰਦੇ ਅਜੇ ਨਹੀਂ ਮਿਲਿਆ, ਕਈਆਂ ਜਿੱਦਾਂ ਨਹੀਂ ਮਿਲਿਆ। ਇਸ ਲਈ ਪੈਸੇ ਜਿਹੜੇ ਸੂਬਿਆਂ 'ਚ ਧਨ ਦੌਲਤ ਪੈਦਾ ਹੁੰਦੀ ਹੈ ਉਹਦਾ ਜਿਹੜਾ ਵੱਡਾ ਟੈਕਸ ਸੈਂਟਰ ਲਈ ਜਾਂਦਾ ਤੇ ਬਾਅਦ ਵਿੱਚ ਸੂਬਿਆਂ ਨੂੰ ਭੀਖ ਮੰਗੇ ਬਣਾਉਂਦਾ। ਇਹਦੇ 'ਚੋਂ ਜਦ ਤੱਕ ਜੰਜਾਲ 'ਚੋਂ ਬਾਹਰ ਨਹੀਂ ਨਿਕਲਦੇ, ਨਾ ਸਾਡਾ ਖੇਤੀ ਦਾ ਕੋਈ ਹੱਲ ਨਿਕਲਣਾ ਸੋਲਿਡ, ਨਾ ਸਾਡੀਆਂ ਕੋਈ ਬਾਕੀ ਸੂਬਿਆਂ ਦੇ ਵਿਕਾਸ ਦਾ ਨਿਕਲਣਾ। ਉਹ ਕੁੰਡਲੀ ਆ ਸੱਪ ਵਾਂਗੂ, ਜਿਹੜਾ ਕੇਂਦਰ ਦੇ ਵਿੱਚ ਸਰਕਾਰ, ਪ੍ਰਧਾਨ ਮੰਤਰੀ, ਜਿਹੜੀ ਵੀ ਸਰਕਾਰ ਆਉਂਦੀ ਆ ਉਹ ਬੈਠ ਜਾਂਦੀ ਪੈਸੇ ਤੇ, ਔਰ ਉਹ ਬੈਂਕਾਂ ਦੇ ਰਾਹੀਂ ਪੈਸਾ ਸਾਰੇ ਦਾ ਸਾਰਾ ਕਾਰਪੋਰੇਟਾਂ ਨੂੰ ਵੰਡਿਆ ਜਾ ਰਿਹਾ ਔਰ ਬਾਅਦ ਵਿੱਚ ਮਾਫ ਕਰਤਾ ਜਾਂਦਾ। 2.5 ਤੋਂ 3 ਲੱਖ ਕਰੋੜ ਰੁਪਇਆ ਹਰ ਸਾਲ ਆਰਾਮ ਨਾਲ ਉਹਨਾਂ ਦਾ ਮਾਫ ਹੋ ਜਾਂਦਾ ਤੇ ਥੱਲੇ ਜਿਹੜੀ ਆ ਭੁੱਖਮਰੀ ਫੈਲੀ ਜਾਂਦੀ ਹੈ, ਗਰੀਬੀ ਫੈਲੀ ਜਾਂਦੀ ਹੈ। ਔਰ ਜੋ ਹਾਹਾਕਾਰ ਤੁਸੀਂ ਦੇਖਿਆ ਕਰੋਨਾ ਦੇ ਦੌਰਾਨ ਉਹ ਤੁਹਾਡੇ ਸਾਹਮਣੇ ਆ। ਇਹ ਮਾਮਲੇ ਜਿਹੜੇ ਜ਼ਿਆਦਾ ਪਚੀਦਾ ਆ, ਵੱਡੇ ਲੈਵਲ ਦੀ ਰਾਜਨੀਤੀ ਨਾਲ ਜੁੜੇ ਹੋਏ ਆ। ਇਸ ਕਰਕੇ ਜੇ ਰੀਜਨਲ ਪਾਰਟੀਆਂ ਖਾਸ ਕਰਕੇ ਸਾਰੇ ਇੰਡੀਆ ਦੇ ਵਿੱਚ ਇੱਕ ਮੁੱਠ ਹੋ ਕੇ ਇੱਕ ਆਵਾਜ਼, ਜਾਣੀ ਪੱਛਮੀ ਬੰਗਾਲ ਤੋਂ ਲੈ ਕੇ ਕੇਰਲਾ ਤੱਕ, ਉੱਤਰ ਪ੍ਰਦੇਸ਼ ਤੋਂ ਲੈ ਕੇ ਪੰਜਾਬ ਤੱਕ, ਇਹ ਸਾਰੇ ਜੇ ਲੋਕ ਇਕੱਠੇ ਦੇਸ਼ ਦੇ ਵਿੱਚ ਨਹੀਂ ਹੁੰਦੇ, ਭਾਵੇਂ ਉਹ ਸ਼ਿਵ ਸੈਨਾ ਜਿਹੋ ਜਿਹੀਆਂ ਮਰਜ਼ੀ ਜਿਹੜੇ ਮਰਜ਼ੀ ਰੰਗ ਦੀ ਪਾਰਟੀ ਹੋਵੇ, ਉਹ ਕਹਿਣਗੇ ਸੂਬਿਆਂ ਦਾ ਜਿਹੜਾ ਪੈਸਾ ਅਸੀਂ ਸੂਬਿਆਂ 'ਚ ਰੱਖਣਾ, ਤੁਹਾਨੂੰ ਅਸੀਂ 5-10% 4 ਮਹਿਕਮੇ ਚਲਾਉਣ ਲਈ ਦੇ ਦਾਂਗੇ, ਜਿਹਦੇ ਵਿੱਚ ਡਿਫੈਂਸ ਹੈਗਾ ਆ, ਜਿਹਦੇ ਵਿੱਚ ਫੋਰਨ ਅਫੇਅਰਸ ਹੈਗਾ, ਕਰੰਸੀ ਹੈਗਾ, ਇੱਕ ਦਾ ਬੈਂਕਾਂ ਦਾ ਜਾਂ ਕੋਈ ਹੋਰ ਕਮਿਊਨੀਕੇਸ਼ਨ ਦਾ, ਅਸੀਂ ਇਹਦੇ ਲਈ 3-4 ਮਹਿਕਮਿਆਂ ਲਈ ਤੁਸੀਂ ਚੱਕੋ ਆਪਣੇ ਪੈਸੇ,
ਬਾਕੀ ਅਸੀਂ ਪੈਸੇ ਸੂਬਿਆਂ 'ਚ ਰੱਖਾਂਗੇ, ਅਸੀਂ ਤੁਹਾਡੇ ਕੋਲ ਭੀਖ ਮੰਗੇ ਨਹੀਂ ਬਣਨਾ, ਤਾਂ ਇਹ ਮਸਲਾ ਹੱਲ ਹੋਣਾ। ਨਹੀਂ ਤੇ ਅੱਜ ਦੀ ਤਰੀਕ 'ਚ ਜਿਹੜਾ ਤੁਸੀਂ ਸਵਾਲ ਕੀਤਾ ਨਾ, ਮੈਂ ਇੱਕੋ ਵਾਰੀ 100 ਹੱਥ ਰੱਸਾ ਸਿਰੇ ਤੇ ਗੰਢ ਕਹਿਣਾ, ਇਹ ਇੱਕ ਰੂਪ 'ਚ ਨਹੀਂ ਤੇ ਦੂਜੇ 'ਚ ਆਜੂ। ਪਹਿਲਾਂ ਕਹਿੰਦੇ ਅਸੀਂ ਇਹ ਪਾਣੀ ਵਾਲਾ ਜਿਹੜਾ ਇਹ ਤੇ ਵਾਪਸ ਲੈ ਲੈਂਦੇ ਆ, ਹੁਣ ਕਹਿੰਦੇ ਆ ਕਿ ਤੁਹਾਨੂੰ ਕੰਡੀਸ਼ਨਲ ਕਰਾਂਗੇ। ਇਹ ਕੌਣ ਹੁੰਦੇ ਸਾਨੂੰ ਇੰਨਾ ਲਗਾਤਾਰ ਸੈਂਟਰ ਦੇ ਵਿੱਚੋਂ ਹਰ ਗੱਲ ਲਈ ਤੰਗ ਕਰਨ ਲਈ, ਡਿਕਟੇਟ ਕਰਨ ਲਈ? ਅਜੇ ਤੇ ਦੇਖਿਓ ਥੋੜਾ ਜਿਹਾ ਬਚੇ ਹੋਏ ਆ, ਅਜੇ ਵੀ ਪਬਲਿਕ ਸੈਕਟਰ ਦੀਆਂ ਬੈਂਕਾਂ ਹੈਗੀਆਂ, ਜਿੱਦਣ ਇਹਨਾਂ ਨੇ ਪ੍ਰਾਈਵੇਟ ਕਰਤੀਆਂ ਉਹ ਵੀ ਕਾਰਪੋਰੇਟਾਂ ਦੇ ਸਿੱਧੀਆਂ ਹੀ ਆਪਣੀਆਂ ਬੈਂਕਾਂ ਹੋ ਜਾਣਗੀਆਂ। ਤੁਸੀਂ ਛੁਣਛਣਾ ਵਜਾਉਣਾ ਇੱਥੇ ਬੈਠ ਕੇ, ਸੂਬਿਆਂ ਭੁੱਖੇ ਮਰ ਜਾਣਗੇ। ਇਸ ਲਈ ਇਹ ਸਾਰੇ ਮਾਮਲੇ ਜਿਹੜੇ ਤੁਸੀਂ ਸਵਾਲ ਖੜਾ ਕਰਦੇ ਆ ਬਾਰ-ਬਾਰ, ਬਾਂਹ ਮਰੋੜਨ ਵਾਲੇ, ਦਲਿਤਾਂ ਦਾ ਵਜੀਫਾ ਦਿੱਲੀੋਂ ਆਊਗਾ, ਮਨਰੇਗਾ ਦਾ ਪੈਸਾ ਦਿੱਲੀੋਂ ਆਊਗਾ, ਟੀਚਰਾਂ ਦੀ ਤਨਖਾਹ ਦਿੱਲੀੋਂ ਆਊਗੀ, ਜਿਹੜੇ ਆ ਪਿੱਛੇ ਟੈਟ ਪਾਸ ਜਿਹੜੇ ਸਾਰੇ ਲਾਏ ਸੀ ਉਹ ਕੌਣ ਹੁੰਦੇ ਆ? ਸੂਬਿਆਂ ਦੇ ਪੈਸੇ ਸੂਬਿਆਂ 'ਚ ਰਹਿਣ। ਬਿਲਕੁਲ ਕੋਈ GST ਦੀ ਬਿਲਕੁਲ ਨਵੇਂ ਤਰੀਕੇ ਨਾਲ ਰੀਪ੍ਰਪੋਰਸ਼ਨ ਹੋਣੀ ਚਾਹੀਦੀ ਆ। ਕਿੰਨੇ ਪੌਣੇ 2 ਲੱਖ ਤੋਂ ਲੈ ਕੇ 2.5 ਲੱਖ ਕਰੋੜ ਰੁਪਏ ਤੱਕ ਸਿਰਫ ਪੈਟਰੋਲ ਡੀਜ਼ਲ ਚੋਂ ਖਾਈ ਜਾਂਦਾ ਸੈਂਟਰ। ਆਕੀ 106 ਰੁਪਏ ਡੀਜ਼ਲ ਗੰਗਾਨਗਰ ਚੋਂ ਕਾਨੂੰ 106 ਰੁਪਏ ਪੈਟਰੋਲ ਤੇ 100 ਰੁਪਏ ਉੱਪਰ ਤੋਂ ਡੀਜ਼ਲ ਹੋ ਗਿਆ। ਲੋਕਾਂ ਨੂੰ ਭੁੱਖੇ ਮਾਰਨਾ। ਇਹਦੇ ਨਾਲ ਜਨਰਲ ਮਹਿੰਗਾਈ ਵਧੀ ਜਾਂਦੀ ਹੈ, ਬਹੁਤ ਜ਼ਿਆਦਾ ਮਹਿੰਗਾਈ ਆ ਇਸ ਵੇਲੇ। ਕਹਿ ਰਹੇ 10.5%, ਮੈਨੂੰ ਪਤਾ ਕਿ ਹੋਲਸੇਲ ਇੰਡੈਕਸ ਦਾ ਜਿਹੜੀ ਮਹਿੰਗਾਈ ਆ 15% ਤੱਕ ਪਹੁੰਚੀ ਹੋਊਗੀ। ਭੁੱਖੇ ਮਰ ਜਾਣਗੇ ਲੋਕ, ਕਰਲਾਟ ਮੱਚ ਜੂਗੀ, ਕੋਹਰਾਮ ਮੱਚਣ ਵਾਲਾ ਸਾਡੇ ਦੇਸ਼ ਦੇ ਅੰਦਰ ਅਰਥ ਵਿਵਸਥਾ ਦੇ ਹਿਸਾਬ ਦੇ ਨਾਲ। ਇਹ ਸਾਰੇ ਸੂਬੇ ਸਿਆਣੇ ਹੋ ਕੇ ਇਹਨਾਂ ਗੱਲਾਂ ਨੂੰ ਵੀ ਮੱਦੇ-ਨਜ਼ਰ ਰੱਖਣ, ਜਿੱਥੇ ਕਿਸਾਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਹੋਣ ਵਾਲੇ ਤੁਰੰਤ ਮੁੱਦਿਆਂ ਤੋਂ ਰਾਹਤ ਦਿਵਾਉਣੀ ਆ। ਉਹਦੇ 'ਚ ਸਰਦਾਰਾ ਸਿੰਘ ਜੌਹਲ ਦੇ ਵਰਗੇ ਸਟੇਚਰ ਦੇ ਬੰਦੇ ਜਾਂ ਹੋਰ ਸਾਡੇ ਬਹੁਤ ਵੱਡੇ ਇਕਨੋਮਿਸਟ ਆ, ਉਹਨਾਂ ਦੀ ਅਹਿਮ ਭੂਮਿਕਾ ਹੋ ਸਕਦੀ ਸੀਗੀ। ਪਰ ਅਫਸੋਸ ਇਹ ਹੈ ਕਿ ਉਹ ਜਿਸ ਸਕੂਲ 'ਚ ਸਾਰੇ ਮੇਰੇ ਵੀਰ ਪੜ੍ਹੇ ਆ, ਸਾਡੇ ਰਿਸਪੈਕਟਡ ਟੀਚਰ ਹੈਗੇ ਆ, ਉਹ ਲਿਬਰਲ ਉਦਾਰਵਾਦੀ ਨੀਤੀਆਂ ਦੇ ਹੱਕ ਵਿੱਚ ਇਕਨੋਮਿਕਸ ਪੜ੍ਹੇ ਹੋਏ ਆ। ਪ੍ਰੋ ਪੀਪਲ ਇਕਨੋਮਿਕਸ ਦੁਬਾਰਾ ਲਾਗੂ ਕਰਨ ਦੀ ਲੋੜ ਆ, ਔਰ ਜਿਹਦੇ ਵਿੱਚ ਸੰਘੀ ਢਾਂਚੇ ਨੂੰ ਵੀ ਨਾਲੋਂ ਨਾਲ ਮਜ਼ਬੂਤ ਕਰਨ ਦੀ ਲੋੜ ਆ। ਤਾਂ ਹੀ ਇੱਥੇ ਦੇਸ਼ ਇਕੱਠਾ ਰਹਿ ਸਕਦਾ, ਤਾਂ ਹੀ ਦੇਸ਼ ਦੇ ਵਿੱਚ ਕੁਝ ਆਰਥਿਕ ਤੌਰ ਤੇ ਰਾਹਤ ਮਿਲ ਸਕਦੀ ਆ, ਸੂਬਿਆਂ ਨੂੰ ਰਾਹਤ ਮਿਲ ਸਕਦੀ ਆ, ਸੂਬਿਆਂ ਦੇ ਸਿਸਟਮ ਸੁਧਰ ਸਕਦੇ ਆ। ਨਹੀਂ ਤੇ ਇਹ ਸੂਬਿਆਂ ਦੀ ਅੱਜ ਹਾਲਤ ਇਹੋ ਜਿਹੀ ਬਣ ਗਈ ਹੋਈ ਆ ਕਿ ਉਹ ਉਸੇ ਤਰੀਕੇ ਨਾਲ ਕੇਂਦਰ ਦੇ ਕਰਜ਼ਾਈ ਹੈਗੇ ਆ। ਪੌਣੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੂਬੇ ਦਾ, ਉਹ ਕੇਂਦਰ ਦੇ ਉਸੇ ਤਰੀਕੇ ਨਾਲ ਕਰਜ਼ਾਈ ਹੈਗੇ ਜਿਵੇਂ ਕਿਸਾਨ ਬਾਕੀ ਬੈਂਕਾਂ ਦੇ ਕਰਜ਼ਾਈ ਹੈਗੇ ਆ। ਇਹ ਉਧਰ ਕਿਸਾਨ ਸੁਸਾਈਡ ਕਰਨਗੇ, ਉਹ ਸੂਬਿਆਂ ਦੀਆਂ ਸਰਕਾਰਾਂ ਦਾ ਸੁਸਾਈਡ ਕਰਨ ਵਾਲਾ ਹਾਲਤ ਬਣੀ ਹੋਈ ਆ। ਇਹਦੇ ਚੋਂ ਬਾਹਰ ਕਿਵੇਂ ਆਉਣਾ, ਇਹ ਵੀ ਸੋਚਣ ਦਾ ਮਾਮਲਾ ਹੈਗਾ। ਹਾਂਜੀ ਬਿਲਕੁਲ। ਵੈਸੇ ਤਾਂ ਆਖਰੀ ਸਵਾਲ ਹੈ ਕਿ ਇੱਕ ਪਾਸੇ ਤਾਂ 200 ਦਿਨ ਤੋਂ ਉੱਪਰ ਹੋ ਚੁੱਕਿਆ ਕਿਸਾਨਾਂ ਨੂੰ ਦਿੱਲੀ ਦੇ ਉੱਤੇ ਬੈਠਿਆ, ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜੀ ਚਿੱਠੀ ਲਿਖੀ ਸੀ ਉਹਦਾ ਹੁਣ ਤੱਕ ਕੋਈ ਜਵਾਬ ਨਹੀਂ ਆਇਆ। ਤੇ ਇਧਰੋਂ ਭਾਜਪਾ ਵਾਲੇ ਜਿਹੜੇ ਪੰਜਾਬ ਦੇ ਵਿੱਚ ਨੇ ਕਈ ਲੀਡਰ, ਉਹ ਹੌਲੀ ਹੁਣ ਨਿਕਲ ਕੇ ਬਾਹਰ ਆ ਰਹੇ ਨੇ, ਜਾਂ ਕਹਿ ਲਓ ਕਿ ਇੱਕ ਰਣਨੀਤੀ ਦੇ ਤਹਿਤ ਹੁਣ ਚੋਣਾਂ ਸਿਰ ਤੇ ਆ ਰਹੀਆਂ ਕਿ ਅਸੀਂ ਦਿਖਾਈਏ ਕਿ ਅਸੀਂ ਤਾਂ ਕਿਸਾਨਾਂ ਦੇ ਹਿਤੈਸ਼ੀ ਹਾਂ, ਪੰਜਾਬ ਹਿਤੈਸ਼ੀਓ ਕਹਿੰਦੇ ਅਸੀਂ ਗੱਲ ਕਰਵਾ ਦਿਆਂਗੇ। ਕੀ ਲੱਗਦਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਚਿੱਠੀ ਦਾ ਕੋਈ ਅਸਰ ਅਗਲੇ ਦਿਨਾਂ ਦੇ ਵਿੱਚ ਕੋਈ ਨਜ਼ਰ ਆਊਗਾ ਕਿ ਇਦਾਂ ਹੀ ਚੁੱਪਚਾਪ ਬੈਠੇ ਰਹਿਣਗੇ ਕਿਸਾਨ ਵੀ ਤੇ ਸਰਕਾਰ ਵੀ? ਮੈਨੂੰ ਲੱਗਦਾ ਪ੍ਰਧਾਨ ਮੰਤਰੀ ਤੇ ਨਾ ਇੰਨੇ ਪ੍ਰੈਸ਼ਰ ਬਣ ਗਏ, ਕਿਤੇ ਕਰੋਨਾ ਨੇ ਖਦੇੜ ਕੇ ਰੱਖਤਾ ਸਾਰੀ, ਜਿੰਨੀ ਉਹ ਵਾਹ ਥਾਲੀਆਂ ਵੱਜੀਆਂ ਸੀਗੀਆਂ, ਫੁੱਲ ਹੈਲੀਕਾਪਟਰਾਂ ਨਾਲ ਵਸਾਏ ਸੀ, ਉਹ ਸਾਰੇ ਰੁਲ ਗਏ, ਮਿੱਟੀ 'ਚ ਰੁਲ ਗਏ। ਦੂਜਾ, ਜਦੋਂ ਦਾ TMC ਨੇ ਧੂੜ ਚਟਾਈ ਆ, ਉਹ ਇੱਕ ਹੋਰ ਉਹਨਾਂ ਨੂੰ ਧੱਕਾ ਲੱਗਾ। ਇਸ ਵੇਲੇ ਉਹ ਆਪਣੀ ਧੱਕਿਆਂ ਦੇ ਥੱਲੇ, ਦਬਾਅ ਥੱਲੇ। ਤੀਜਾ, ਜਿਹੜਾ ਅੰਦਰੋਂ ਜਗ੍ਹਾ ਵਿਦਰੋਹ ਹੋ ਰਹੇ, ਜਿਹੜਾ ਤੁਸੀਂ ਅਨਿਲ ਜੋਸ਼ੀ ਜਾਂ ਹੋਰ ਮਾਸਟਰ ਹੁਣੀ ਜਾਂ ਹੋਰ ਵੀ ਕਈ ਬੰਦਿਆਂ ਦੇ ਨਵਿਆਂ ਦੇ ਰੋਜ਼ ਇੱਕ ਅੱਧੇ ਦਾ ਬਿਆਨ ਪੰਜਾਬ ਤੋਂ ਆ ਜਾਂਦਾ। ਮਦਨ ਮੋਹਨ ਮਿੱਤਲ ਵੀ ਕਹਿੰਦੇ ਆ ਕਿ ਮੈਂ ਇਮੀਡੀਏਟ ਕਰ ਦਿੰਦਾ, ਜੇ ਕੋਈ ਇਹੋ ਜਿਹੀ ਲੋੜ ਆ ਤੇ ਮੈਂ ਕਿਸਾਨਾਂ ਦੇ ਨਾਲ ਲੈ ਜਾਣਾ। ਕਿਸਾਨ ਥੋੜਾ ਜਿਹਾ ਮੇਰਾ, ਜਾਣੀ ਅਸਲ ਵਿੱਚ ਉਹ ਕਿਸਾਨਾਂ ਦੇ ਨਾਲ ਖੜੇ ਹੋਣ ਲਈ ਥੋੜਾ ਮੈਨੂੰ ਐਂ ਲੱਗਦਾ ਕਿ ਅਕਾਲੀਆਂ ਵੱਲ ਵੀ ਅੱਖ ਮਟਕੇ ਵਾਂਗੂ ਉਹਨਾਂ ਦੀਆਂ ਗੱਲਾਂ ਚੋਂ ਮੈਨੂੰ ਅੰਦਾਜ਼ਾ ਜਿਹਾ ਲੱਗਦਾ। ਉਹ ਪੁਰਾਣੀਆਂ ਸਾਂਝਾਂ 9 ਮਾਸ ਦਾ ਰਿਸ਼ਤਾ ਐਡੀ ਛੇਤੀ ਥੋੜੀ ਟੁੱਟਦਾ। ਉਹ ਹੋ ਸਕਦਾ ਕਿ ਉਧਰ ਵੀ ਕੋਈ ਤਵੱਕੋਂ ਰੱਖਦੇ ਹੋਣ ਵੀ ਸਾਨੂੰ ਮਾੜੀ ਜੀ ਪਾ ਦਿਓ, ਅਸੀਂ ਰਲ ਮਿਲ ਕੇ ਥੋੜਾ ਜਿਹਾ, ਕੋਈ ਭਾਵੇਂ ਅਸੀਂ ਇੰਡੀਪੈਂਡੈਂਟ ਖੜੇ ਹੋ ਜਾਾਂਗੇ। BJP ਵੀ ਬੜੀ ਕੱਟੜ ਆ ਨਾ, ਪਰ ਸਾਨੂੰ ਤੁਸੀਂ ਉੱਥੇ ਮਾੜਾ ਕੈਂਡੀਡੇਟ ਖੜਾ ਹੋ ਕੇ ਸਾਨੂੰ ਮਾੜਾ ਮੋਟਾ ਰਾਹਤ ਦੇ ਦਿਓ। ਇਸ ਕਿਸਮ ਦੀਆਂ ਗੱਲਾਂ ਅੰਦਰੋਂ ਅੰਦਰ ਹੀ ਪੋਲਿਟਿਕਸ ਵਿੱਚ ਚੱਲਦੀਆਂ ਹੋਣਗੀਆਂ। ਪਰ ਇਹ ਜ਼ਰੂਰ ਹੈਗਾ ਕਿ ਭਾਵੇਂ ਉਹ ਹਰਿਆਣੇ ਦੀ ਵਿੱਚ ਹੈਗਾ, ਭਾਵੇਂ ਉਹ UP ਦੇ ਵਿੱਚ ਵੀ ਯੋਗੀ ਭੱਜੇ ਫਿਰਦੇ ਆ, ਕੋਈ ਸੱਪ ਨਹੀਂ ਨਿਕਲ ਰਿਹਾ। ਉਹ ਬੀਨ ਦੀ ਹੁਣ ਆਵਾਜ਼ ਉਹ ਪਹਿਲੇ ਵਾਲੀ ਯੋਗੀ ਉਹਨਾਂ ਦੀ ਨਹੀਂ ਨਿਕਲ ਰਹੀ। ਤੇ ਇਹ ਕੁੱਲ ਮਿਲਾ ਕੇ ਮੋਦੀ ਜੀ ਆਪਣੀ ਗੱਦੀ ਨੂੰ ਬਚਾਉਣ 'ਚ ਮੈਨੂੰ ਜ਼ਿਆਦਾ ਲੱਗਦਾ ਟਾਈਮ ਉਹਨਾਂ ਨੂੰ ਚਿੰਤਤ ਹੋਏ ਪਏ ਆ, ਬਸ਼ਰਤੇ ਕਿ ਉਹ ਕਿਸਾਨਾਂ ਨੂੰ ਦੇਖਣ। ਪਰ ਅਸੀਂ ਉਹਨਾਂ ਨੂੰ ਸਲਾਹ ਇਹ ਦਿੰਦੇ ਹਾਂ
कि 200 दिन तो हो गया, ये 300 भी हो जाऊगा, 400 भी हो जाऊगा। ये भुल जाओ कि किसान घर नूं आउणगे, किसान गांह ते चले जाणगे, दिल्ली तुहाडे घर दे सामने ते बैठ लैणगे और वो शहीद भी हो जाणगे, उन्हां दी वो कुर्बानियां भी दे देणगे। वो पिंडां नूं जां घरां नूं वापस बिना कुछ उत्थों कीतिਆਂ नहीं आउणगे। फिर ये की आ, हुण ते मैनूं ते गल यही लगदी आ कि वो रस्सी ते थड़ गई पर वट नहीं गया। उन्हां दी हवा ते पूरी निकली आ, प्रधानमंत्री दी, अमित शाह दी, सारियां दी कढती आ। ਇਹੋ ਜਿਹੀਆਂ ਇੱਕ ਦੋ ਖਬਰਾਂ ਜਿਸ ਤਰ੍ਹਾਂ ਹੁਣ ਮੰਦਿਰ ਦੀ ਆ ਗਈ ਆ ਖਬਰ, ਪੜ੍ਹ ਹੀ ਲਈ ਆ ਤੁਸੀਂ ਕਿ 2 ਕਰੋੜ ਤੋਂ 18.5 ਕਰੋੜ ਰਾਮ ਮੰਦਿਰ ਦੀ ਹਾਲਤ ਜੇ ਇਹ ਬਣ ਗਈ ਆ, ਜਿਹੜਾ ਅਯੁੱਧਿਆ ਦਾ ਇੰਨੇ ਲੰਮੇ ਜਾਨੀ ਤੁਸੀਂ ਲੜਾਈ ਕਰਕੇ ਕੋਰਟ ਦੇ ਵਿੱਚ ਉਹ ਬਣਾਇਆ, ਤੇ ਉਹਦੀ ਕਮੇਟੀ ਜਿਹੜੀ ਟਰਸਟ ਆ ਉਹਦੇ ਹੈੱਡ ਵੱਲੋਂ ਜਾਂ ਹੋਰਨਾਂ ਵੱਲੋਂ ਹੀਰਾ ਫੇਰੀਆਂ ਦੀਆਂ ਐਡੀਆਂ ਵੱਡੀਆਂ ਖਬਰਾਂ ਜਾਨੀ ਮਿੰਟਾਂ ਚੋਂ ਦੀ ਹਜ਼ਾਰ ਤੁਸੀਂ ਦਰਜਣਾ ਕਰੋੜ ਰੁਪਏ ਆਪਣੀ ਜੇਬਾਂ 'ਚ ਵੀ ਲੋਕੋ ਤੇ ਸਾਫ਼ ਦਿਖਦਾ। ਹੋਰ ਕੀ ਹੈ ਕਿ ਉਸ ਕਿਸਮ ਦੀਆਂ ਹੇਰਾ ਫੇਰੀ ਦੇ ਜਾਂ ਗਬਨ ਦੀਆਂ ਚੀਜ਼ਾਂ ਨਜ਼ਰ ਆਉਣਗੀਆਂ ਤਾਂ ਇਹ ਸਾਰੀਆਂ ਚੀਜ਼ਾਂ ਲੋਕ ਦੇਖ ਰਹੇ ਆ। ਉਹ ਪੋਲਿਟਿਕਸ ਦਾ ਜਨਾਜ਼ਾ ਨਿਕਲ ਰਿਹਾ ਔਰ ਇਹਦਾ ਬੋਝ ਮੋਦੀ ਜੀ ਤੇ ਬਹੁਤ ਆ। ਤੇ ਸਾਡੀ ਤੇ ਉਹਨਾਂ ਨੂੰ ਬੇਨਤੀ ਇਹ ਹੈ ਕਿ ਤੁਸੀਂ ਚੁੱਪ ਕਰਕੇ ਕੋਈ ਬਹਾਨਾ ਪਾ ਕੇ, ਜੇ ਨਹੀਂ ਆ ਤੇ ਸਾਨੂੰ ਪੁੱਛ ਲਓ, ਅਸੀਂ ਤੁਹਾਨੂੰ ਦੱਸ ਦਿਆਂਗੇ, 20 ਬਹਾਨੇ ਦੱਸ ਦਿਆਂਗੇ। ਤੇ ਤੁਸੀਂ ਹੁਣ ਕਿਸਾਨਾਂ ਤੋਂ ਭੱਜ ਲਓ ਤੇ ਚੰਗੀ ਗੱਲ ਆ। ਔਰ ਜੇ ਬਹੁਤ ਹੀ ਰਿਸਪੈਕਟਡ ਤਰੀਕਾ ਇਹ ਆ ਕਿ ਅਚਾਨਕ ਆ ਜਾਓ ਤੇ ਉੱਥੇ ਰੈਲੀ 'ਚ ਆ ਕੇ ਤੁਸੀਂ ਕਹੋ ਜੀ ਮਾਫ ਕਰੋ, ਤੁਸੀਂ ਬੜੇ ਬਹਾਦਰ, ਤੁਸੀਂ ਜਿੱਤੇ ਮੈਂ ਹਾਰਿਆ, ਤਿੰਨੇ ਕਾਨੂੰਨ ਵਾਪਸ ਵੇ, ਗਾਂ ਵੀ ਅਸੀਂ ਜਦ ਤੱਕ ਸਾਡਾ 2024 ਤੱਕ ਰਾਜ ਆ, ਅਸੀਂ ਤੁਹਾਡੇ ਵਿਰੁੱਧ ਕੋਈ ਵੀ ਕਾਨੂੰਨ, ਭਾਵੇਂ ਪਾਣੀਆਂ ਦਾ, ਭਾਵੇਂ ਪੋਲਿਊਸ਼ਨ ਦਾ, ਭਾਵੇਂ ਟਿਊਬਵੈਲਾਂ ਦਾ, ਕੁਛ ਵੀ ਅਸੀਂ ਨਹੀਂ ਲੈ ਕੇ ਆਵਾਂਗੇ। ਤੁਸੀਂ ਜਾਣੀ ਜੈ ਜੈਕਾਰ ਕਰਦੇ ਆਪਣੇ ਘਰਾਂ ਨੂੰ ਵਾਪਸ ਜਾਓ ਤੇ ਸਾਡੀ ਗਲਤੀ ਨੂੰ ਮਾਫ ਕਰ ਦਿਓ। ਅਸੀਂ ਤੁਹਾਨੂੰ ਪੁੱਛ ਕੇ ਕਾਨੂੰਨ ਨਹੀਂ ਸੀ ਬਣਾਏ। ਜੇ ਇੰਜ ਕਰ ਦੇਣ ਤੇ ਮੇਰਾ ਖਿਆਲ ਹੈ ਉਹਨਾਂ ਦਾ ਕਾਫੀ ਡੈਮੇਜ ਜਿਹੜਾ ਅਕਸ਼ ਆ ਉਹ ਦੁਬਾਰਾ ਠੀਕ ਠਾਕ ਹੋ ਸਕਦਾ। ਕੰਮ ਚਲਾਉਣ ਜੋਗਾ ਤੇ ਹੋ ਹੀ ਜਾਊਗਾ, ਜਿਵੇਂ ਗੱਡੀ ਰਿਪੇਅਰ ਕਰਕੇ ਦੁਬਾਰਾ ਚਲਾ ਲਈਦੀ। ਪਰ ਜਿਸ ਤਰ੍ਹਾਂ ਹੁਣ ਫਿਟਫਟੀਆ ਚੱਲ ਰਿਹਾ, ਇਹ 2024 ਤੱਕ ਨਹੀਂ ਪਹੁੰਚਣਾ ਜੇ ਕਿਸਾਨਾਂ ਨੂੰ ਸ਼ਾਂਤ ਨਹੀਂ ਕੀਤਾ। ਇਹ ਲਾਵਾ ਆ, ਇਹ ਸਾਰੇ ਦੇਸ਼ ਨੂੰ ਆਪਣੇ ਕਲਾਵੇ ਚ ਲਊਗਾ। ਇਹ ਪ੍ਰਧਾਨ ਮੰਤਰੀ ਫੈਸਲਾ ਕਰ ਲੈਣ ਤੇ ਉਹਨਾਂ ਦੇ ਅਮਿਤ ਸ਼ਾਹ ਵੀ ਇਸ ਬਾਰੇ ਸੋਚ ਲੈਣ। ਜੀ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੁਖਵਿੰਦਰ ਜੀ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਿਸਾਨੀ ਮਸਲੇ ਦੇ ਉੱਤੇ ਕੀਤੀ ਕਿ ਅੱਜ ਕਿੱਥੇ ਰੁਕਿਆ ਹੋਇਆ, ਸਰਕਾਰ ਦੇ ਤੱਕ ਜਿਹੜੀਆਂ ਚਿੱਠੀਆਂ ਗਈਆਂ ਉਹਦਾ ਕੀ ਬਣਿਆ, ਚਾਹੇ ਬਿਜਲੀ ਸੋਧ ਬਿੱਲ ਦੀ ਜਿਹੜੀ ਗੱਲ ਕਰਦੇ ਨੇ ਉਹਦੇ ਪਿੱਛੇ ਮਨਸ਼ਾ ਕੀ ਹੈ, ਕਿਸ ਤਰ੍ਹਾਂ ਰਣਨੀਤੀ ਜਿਹੜੀ ਹੈ ਸਰਕਾਰ ਆਪਣੀ ਬਣਾ ਕੇ ਤੁਰ ਰਹੀ ਹੈ। ਕਿਸਾਨ ਵੀ ਨਾਲੋਂ ਨਾਲ ਨਵੇਂ ਤੋਂ ਨਵਾਂ ਐਲਾਨ ਹੁੰਦਾ ਹਰ ਰੋਜ਼, ਕੋਈ ਨਿਤ ਨਵੇਂ ਦਿਨ, ਜਿਵੇਂ ਹੁਣ 200 ਦਿਨ ਹੋ ਗਏ, ਇਸ ਤੋਂ ਅੱਗੇ ਵੀ ਜਾਣ ਨੂੰ ਤਿਆਰ ਨੇ। ਪਰ ਸਰਕਾਰ ਨੂੰ ਹੁਣ ਥੋੜਾ ਜਿਹਾ ਸੋਚਣ ਦੀ ਜ਼ਰੂਰਤ ਹੈ, ਕਿਸਾਨਾਂ ਦਾ ਕਹਿਣਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।